इस समय साडी लाइन जुड़ चुकी है सतपाल जौल जी नाल करदे हां आपां गलबात इन्हां दे नाल। सतपाल जौल जी सत श्री अकाल। जतिंदर जी बहुत मेहरबानी। जसी भुल्लर जी उन्होंने भी सत श्री अकाल। सत श्री अकाल तुहानूं भी ते सारे श्रोतिਆਂ दर्शਕਾਂ ਨੂੰ ਵੀ जी आਇਆਂ ਨੂੰ जी। सतपाल जौल जी इस दे नाल एक खबर ते गलबात करनी सी आपां भी पता लग रहा भी इमीग्रेशन वाले कुछ रूल चेंज कर रहे ने जिहड़ी कीर्तन जथे इंडिया तो आ रहे ने। ਇਹ ਹੈ ਜੀ ਵੀ ਓਨਟਾਰੀਓ ਖਾਲਸਾ ਦਰਬਾਰ ਦਾ ਜਿਹੜਾ ਸਹਿਯੋਗ ਇਹ ਡਾਊਨਟਾਊਨ ਦੇ ਵਿੱਚ ਨਗਰ ਕੀਰਤਨ ਹੁੰਦਾ ਸੀ ਐਨੂਅਲੀ, ਉਹਦਾ ਮਿਲਣਾ 2019 ਤੋਂ ਹੀ ਪਤਾ ਲੱਗ ਰਿਹਾ ਸੀ ਕਿ ਵੀ ਬੰਦ ਹੋ ਗਿਆ। ਪਰ ਹੁਣ 2 ਸਾਲ ਤੇ ਕੋਵਿਡ ਕਰਕੇ ਚਲੋ ਨਗਰ ਕੀਰਤਨ ਹੀ ਨਹੀਂ ਹੋ ਸਕਿਆ। ਪਰ ਹੁਣ ਇਸ ਵਾਰ ਜਿਹੜਾ ਜੀ ਵੀ ਉਹ ਨਗਰ ਕੀਰਤਨ ਜਾਂ ਕਹ ਲਓ ਵੀ ਕੀਰਤਨ ਦਰਬਾਰ ਦੇ ਰੂਪ ਦੇ ਵਿੱਚ ਹੀ ਉੱਥੇ ਸਮਾਗਮ ਆ ਜਿਹੜਾ ਆਯੋਜਿਤ ਕੀਤਾ ਜਾਣਾ ਆ ਨੇਥਨ ਫਿਲਿਪਸ ਸਕੁਅਰ ਡਾਊਨਟਾਊਨ ਟੋਰਾਂਟੋ ਦੇ ਵਿੱਚ। ਵੀ ਉੱਥੇ ਜਿਹੜੇ ਸਮਾਗਮ ਆ ਵੱਡੇ ਪੱਧਰ ਤੇ ਜੀ ਵੀ ਇਹ ਓਨਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ ਦੇ ਵੱਲੋਂ ਆਰਗੇਨਾਈਜ਼ ਕੀਤੇ ਜਾਣੇ ਆ ਵੀ ਜਿਹਦੇ ਵਿੱਚ ਜਾਣੀ ਕਿ ਵੀ ਇੱਕ ਜਦੋਂ ਫਿਰ ਇਹ ਕਮੇਟੀ ਨੇ ਆਪਣਾ ਚਾਰਜ ਵੀ ਸੰਭਾਲਿਆ ਤੇ ਉਸ ਤੋਂ ਬਾਅਦ ਪ੍ਰੈਸ ਦੇ ਨਾਲ ਮਿਲਣੀ ਸੀਗੀ ਤੇ ਵੀ ਇਹ ਓਨਟਾਰੀਓ ਖਾਲਸਾ ਦਰਬਾਰ ਦੇ ਨੁਮਾਇੰਦੇ ਵੀ ਜਾਣੀ ਉਹਨਾਂ ਦੇ ਨਾਲ ਹੀ ਪਹੁੰਚੇ। ਸੋ ਦੁਬਾਰਾ ਇਹ ਏਕਤਾ ਹੋ ਗਈ ਆ ਵੀ ਦੁਬਾਰਾ ਸਹਿਯੋਗ ਕੀਤਾ ਜਾਊਗਾ ਜਿਹੜਾ ਸਾਡਾ ਵਿਰਾਸਤੀ ਇਹ ਨਗਰ ਕੀਰਤਨ ਡਾਊਨਟਾਊਨ ਦੇ ਵਿੱਚ 1970 ਤੋਂ ਸਫਲਤਾ ਦੇ ਨਾਲ ਚੱਲ ਰਿਹਾ। ਉਹਦੇ ਵਿੱਚ ਹੀ ਸਕਾਰਬੋਰੋ ਗੁਰਦੁਆਰਾ ਸਾਹਿਬ ਤੋਂ ਜਿਹੜੇ ਮਤਲਬ ਮੁੱਖ ਸੇਵਾਦਾਰ ਨੇ ਗੋਬਿੰਦਰ ਸਿੰਘ ਰੰਧਾਵਾ ਵੀ ਪਹੁੰਚੇ ਹੋਏ ਸੀਗੇ। ਹੋਰ ਵੀ ਗੱਲਾਂ ਤੇ ਬਹੁਤ ਹੋਈਆਂ ਪਰ ਉਹਨਾਂ ਨੇ ਇੱਕ ਗੱਲ ਬੜੀ ਕਮਾਲ ਦੀ ਕੀਤੀ ਭਈ ਇਹ ਜਿਹੜੇ ਜਥੇ ਆ ਇਹਨਾਂ ਨੂੰ ਹੁਣ ਦੁਬਾਰਾ ਜਾਣੀ 8 ਅਪ੍ਰੈਲ ਨੂੰ ਪਹਿਲਾ ਜਥਾ ਜਿਹੜਾ ਜੀਪੀ ਪਹੁੰਚੂਗਾ ਤੇ ਕਾਫੀ ਸਮੇਂ ਤੋਂ ਜਾਣੀ ਇਹ ਵੀਜ਼ਾਸ ਦੇ ਵਿੱਚ ਰੁਕਾਵਟਾਂ ਜਿਹੜੀਆਂ ਆ ਰਹੀਆਂ ਸੀਗੀਆਂ ਉਹਨਾਂ ਨੂੰ ਵਰਕਆਊਟ ਕਰ ਲਿਆ ਗਿਆ। ਪਰ ਇੱਕ ਗੱਲ ਜਾਣੀ ਕਿ ਉਹਨਾਂ ਨੇ ਜਿਹੜੀ ਇਹ ਦੱਸੀ ਵੀ ਹੁਣ ਇਮੀਗ੍ਰੇਸ਼ਨ ਵਾਲੇ ਜਿਹੜੇ ਆ ਨਾ ਜੀ ਵੀ ਉਹ ਇਹ ਜਿਹੜੇ ਸਾਡੇ ਕੀਰਤਨੀ ਜਥੇ ਆਉਂਦੇ ਆ ਉਹਨਾਂ ਦਾ ਬੈਟਰ ਜਿਹੜਾ ਟਰੈਕ ਰੈਕਡ ਆ ਉਹਨਾਂ ਦੀ ਹਿਸਟਰੀ ਰੱਖਣ ਲੱਗ ਪਏ ਆ ਵੀ ਕਿਹੜਾ ਜਥਾ ਕਦੋਂ ਉਹਨਾਂ ਨੇ ਕੀਰਤਨ ਸਿੱਖਿਆ, ਕਦੋਂ ਤੋਂ ਉਹਨਾਂ ਨੇ ਕਰਨਾ ਸ਼ੁਰੂ ਕੀਤਾ। ਸੋ ਜੋ ਵੀ ਉਹਨਾਂ ਦੀ ਬੈਕਗਰਾਉਂਡ ਹੈਗੀ ਆ ਜੀ ਉਹਨਾਂ ਨੇ ਕਿਹਾ ਵੀ ਜਾਣੀ ਹੁੰਦਾ ਇੱਦਾਂ ਰਿਹਾ ਵੀ ਹੁਣ ਤੱਕ ਇੱਥੋਂ ਜੇ ਫਰਜ਼ ਕਰੋ ਕਾਗਜ਼ ਭੇਜ ਦੇਣੇ ਤੇ ਉੱਥੋਂ ਕੋਈ ਵਿਅਕਤੀ ਜਾਣੀ ਜਥਾ ਜਿਹੜਾ ਜੀ ਵੀ ਬਣਾ ਕੇ ਆਪਣੇ ਰਿਸ਼ਤੇਦਾਰਾਂ ਨੂੰ ਜਥੇ ਦੇ ਵਿੱਚ ਰਲਾ ਕੇ ਤੇ ਇੱਥੇ ਛੱਡ ਜਾਂਦੇ ਸੀਗੇ ਤੇ ਉਹਦੀ ਸਮੱਸਿਆ ਜਿਹੜੀ ਗੁਰਦੁਆਰਾ ਇਹਨਾਂ ਦੇ ਪ੍ਰਬੰਧਕਾਂ ਨੂੰ ਆਉਂਦੀ ਸੀਗੀ ਜੀ। ਪਰ ਜੇ ਹੁਣ ਆਪਾਂ ਦੇਖੀਏ ਜੀ ਵੀ ਹੁਣ ਸਾਡੇ ਧਰਮ ਦੇ ਵਿੱਚ ਆਪਾਂ ਗੱਲ ਤੇ ਆਪਾਂ ਕਰਦੇ ਹਾਂ ਜੀ ਵੀ ਕਮਾਲ ਦੇ ਹੈਗੇ ਆ ਪਰ ਹੁਣ ਦੂਸਰੇ ਪਾਸੇ ਸਾਡੇ ਧਰਮ ਦੇ ਵਿੱਚ ਹੀ ਲੋਕ ਇਦਾਂ ਕਰਨ ਵਾਲੇ ਵੀ ਹੈਗੇ ਆ ਨਾਲ। ਜਦੋਂ ਫਿਰ ਇਦਾਂ ਦੀ ਆਪਾਂ ਗੱਲ ਕਰਦੇ ਹਾਂ ਤੇ ਫਿਰ ਇਹ ਗੱਲ ਜ਼ਰੂਰ ਆ ਜਾਂਦੀ ਵੀ ਥੋੜੇ ਜਿਹੇ ਆ ਨਹੀਂ। ਹੁਣ ਜੋ ਆਪਾਂ ਦੇਖ ਰਹੇ ਹਾਂ ਵੀ ਕਿਉਂਕਿ ਸਾਡੇ ਵਿੱਚ ਜਤਿੰਦਰ ਜੀ ਜੱਸੀ ਜੀ ਕਲਚਰ ਇਹ ਪਣਪ ਰਿਹਾ ਪੀੜ੍ਹੀ ਦਰ ਪੀੜ੍ਹੀ ਕਿ ਅਸੀਂ ਮਾੜੀ ਗੱਲ ਨੂੰ ਮਾੜੀ ਨਹੀਂ ਕਹਿੰਦੇ ਜੇ ਉਹ ਮਾੜੀ ਗੱਲ ਕਰਕੇ ਜਾਂ ਮਾੜਾ ਕੰਮ ਕਰਕੇ ਸਾਡਾ ਨਿੱਜ ਹਿੱਤ ਉਹਦੇ ਵਿੱਚ ਕੋਈ ਫਾਇਦਾ ਹੋ ਰਿਹਾ ਹੋਵੇ ਤਾਂ। ਸੋ ਇਹ ਜਿਹੜਾ ਸਾਡੇ ਵਿੱਚ ਜਿਹੜਾ ਮਾੜੀ ਗੱਲ ਨੂੰ ਚੰਗੀ ਸਮਝਣ ਦਾ ਕਲਚਰ ਆ ਨਾ ਜੀ ਵੀ ਹੁਣ ਆਪਾਂ ਦੇਖ ਰਹੇ ਹਾਂ ਵੀ ਦਹਾਕਿਆਂ ਤੋਂ ਕੈਨੇਡਾ ਦੀ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਦੇ ਕੋਲ ਲਗਾਤਾਰਤਾ ਦੇ ਨਾਲ ਇਦਾਂ ਦੀਆਂ ਜਿਹੜੀਆਂ ਫਾਈਲਾਂ ਆ ਰਹੀਆਂ ਵੱਧ ਰਹੀਆਂ ਵੀ ਉਹਦੇ ਵਿੱਚ ਫਿਰ ਇਹ ਭਾਵੇਂ ਕਿ ਪੰਜਾਬੀ ਸੱਭਿਆਚਾਰ ਦੀ ਗੱਲ ਹੋਵੇ ਜਾਣੀ ਕਿ ਗੀਤ ਸੰਗੀਤ ਦੇ ਨਾਲ ਜੁੜੇ ਹੋਏ ਲੋਕ ਹੋਣ, ਭਾਵੇਂ ਪੰਜਾਬੀ ਭਾਸ਼ਾ ਬੋਲੀ ਦੇ ਨਾਲ ਜੁੜੇ ਹੋਏ ਲੋਕ ਹੋਣ ਵੀ ਆਖੇ ਅਸੀਂ ਸੇਵਾ ਕਰ ਰਹੇ ਹਾਂ ਜੀ, ਜਾਂ ਫਿਰ ਸਾਹਿਤਕਾਰ ਜਾਂ ਸਾਹਿਤਕਾਰਨੀਆਂ ਹੋਣ। ਆ ਧਰਮ ਆਪਾਂ ਕੀਰਤਨੀ ਜਥੇ ਦੀ ਤਾਂ ਗੱਲ ਹੀ ਕਰ ਰਹੇ ਹਾਂ। ਰਾਜਨੀਤੀ ਦੇ ਨਾਲ ਜੁੜੇ ਹੋਏ ਲੋਕ ਹੋਣ, ਫਿਲਮਾਂ ਦੇ ਵਿੱਚੋਂ ਲੋਕ ਹੋਣ, ਖੇਡਾਂ ਦੇ ਵਿੱਚੋਂ ਕਬੱਡੀ ਸਮੇਤ ਆਪਾਂ ਦੇਖ ਰਹੇ ਕੀ ਕੁਛ ਹੋ ਰਿਹਾ, ਜਾਂ ਫਿਰ ਆਹ ਮੀਡੀਆ ਦੇ ਵਿੱਚ ਵੀ ਆਪਾਂ ਦੇਖਦੇ ਰਹਿੰਦੇ। ਸੋ ਹਰ ਖੇਤਰ ਦੇ ਵਿੱਚ ਜਿਹੜੇ ਲੋਕ ਆਪਣੇ ਆਪ ਨੂੰ ਬੁੱਧੀਜੀਵੀ ਜਾਣੀ ਹੋਣਾ ਕਲੇਮ ਕਰਦੇ ਵੀ ਅਸੀਂ ਬਹੁਤ ਸਿਆਣੇ ਤੇ ਸਿਆਣੀਆਂ ਆ, ਸਾਡੇ ਵਰਗਾ ਤਾਂ ਦਿਮਾਗ ਕਿਸੇ ਨੇ ਪਾਇਆ ਹੀ ਨਹੀਂ ਹੈ, ਅਸੀਂ ਜਾਣੀ ਪੰਜਾਬ ਦੇ ਸਭ ਕੁਝ ਦੇ ਰਾਖੇ ਹੈਗੇ ਆ, ਸਾਡੇ ਮੋਢਿਆਂ ਤੇ ਬੋਲੀ ਆ, ਸਾਡੇ ਮੋਢਿਆਂ ਤੇ ਧਰਮ ਹੈ ਵਗੈਰਾ ਵਗੈਰਾ। ਵੀ ਜਾਣੀ ਇਹ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਤੇ ਵੀ ਇਹ ਹਰ ਤਰ੍ਹਾਂ ਦਾ ਜਿਹੜਾ ਜਿਸ ਤਰ੍ਹਾਂ ਦਾ ਇਹ ਵਰਤਾਰਾ ਜਿਹੜਾ ਜੀ ਚੱਲ ਰਿਹਾ ਉਹਦੇ ਵਿੱਚ ਫਿਰ ਇਹ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਵਿੱਚ ਕੈਨੇਡਾ ਦੇ ਇੱਥੇ ਜੇ ਫਾਈਲਾਂ ਫਰੋਲੀਆਂ ਜਾਣ ਤੇ ਫੇਰ ਪਤਾ ਲੱਗਦਾ ਵੀ ਸਾਡੀ ਭਾਸ਼ਾ, ਸਾਡਾ ਧਰਮ, ਸਾਡਾ ਸਾਹਿਤ, ਸਾਡੀ ਟੀਚਿੰਗ, ਅਧਿਆਪਨ, ਕਲਾਕਾਰੀ ਹਰ ਤਰ੍ਹਾਂ ਦੇ ਖੇਤਰ ਦੇ ਵਿੱਚ ਅਸੀਂ ਪ੍ਰਚਾਰ ਕਰਨ ਕੈਨੇਡਾ ਜਾਣਾ ਵੀ ਵਾਸਤੇ ਪਾ ਕੇ ਵੀਜ਼ੇ ਲੈਂਦੇ ਆ ਜਾਂ ਦਵਾਉਂਦੇ ਆ ਜਾਂ ਉਹਨਾਂ ਨੂੰ ਵੇਚਦੇ ਤੱਕ ਵੀ ਆ ਤੇ ਇੱਥੇ ਆ ਕੇ ਫਿਰ ਲੋਕ ਚੁੱਭੀ ਮਾਰ ਜਾਂਦੇ ਆ ਜਾਂ ਉਹਨਾਂ ਨੂੰ ਜਾਣ ਕੇ ਜਾਣਬੁੱਝ ਕੇ ਇੱਥੇ ਛੱਡ ਕੇ ਵਾਪਸ ਚਲੇ ਜਾਇਆ ਜਾਂਦਾ ਆਪਣੇ ਰਿਸ਼ਤੇਦਾਰਾਂ ਸੰਬੰਧੀਆਂ ਨੂੰ ਤੇ ਆਵੇ ਅਸੀਂ ਕੀਰਤਨੀ ਜਥੇ ਵਿੱਚ ਪਾਉਂਦੇ ਆ। ਇਹ ਤੇ ਕੱਲ ਸਰਦਾਰ ਰੰਧਾਵਾ ਨੇ ਆਪ ਦੱਸਿਆ। ਸੋ ਇੱਕ ਤਰੀਕੇ ਦੇ ਨਾਲ ਜਿਹੜਾ ਵੀ ਇਹ ਅਸੀਂ ਹਿਊਮਨ ਸਮਗਲਿੰਗ ਕਰਦੇ ਆ ਤੇ ਸਮਗਲ ਕਰਕੇ ਆਪਣੇ ਜੀਆਂ ਨੂੰ ਇੱਥੇ ਛੱਡ ਜਾਂਦੇ ਆ ਜਾਂ ਆਪ ਹੀ ਇੱਥੇ ਰਹਿ ਜਾਂਦੇ ਆ। ਸੋ ਭਈ ਇਹ ਹਾਲ ਦੀ ਘੜੀ ਰਾਗੀ ਜਥਿਆਂ ਦੇ ਸਿਲਸਿਲੇ ਦੇ ਵਿੱਚ ਜਿਹੜਾ ਇਹ ਵੀਜ਼ਾ ਫਰਾਡ ਰੋਕਣ ਦੇ ਲਈ ਇਮੀਗ੍ਰੇਸ਼ਨ ਨੇ ਨਿਯਮ ਜਿਹੜੇ ਆ ਵੀ ਇਹ ਬਦਲੇ ਆ ਵੀ ਇਹ ਰਾਗੀ ਜਥਿਆਂ ਦਾ ਬੈਟਰ ਟਰੈਕ ਰੈਕਡ ਰੱਖਿਆ ਕਰਨਗੇ, ਉਹਨਾਂ ਦੀ ਬੈਕਗਰਾਉਂਡ ਜਿਹੜੀ ਆ ਜੀ ਵੀ ਫਾਈਲ ਦੇ ਵਿੱਚ ਰੱਖਿਆ ਜਾਇਆ ਕਰੂਗੀ। ਸੋ ਇਹ ਹੁਣ ਚਿੱਟੇ ਦਿਨ ਜਿਹੜਾ ਦਹਾਕਿਆਂ ਤੋਂ ਚੱਲ ਰਿਹਾ ਆਪਾਂ ਦੇਖ ਰਹੇ ਆ ਵੀ ਆਪਾਂ ਮਚਲੇ ਹੋ ਕੇ ਹਰ ਖੇਤਰ ਦੇ ਵਿੱਚ ਜਾਣਬੁੱਝ ਕੇ ਇਸ ਹਿਊਮਨ ਸਮਗਲਿੰਗ ਨੂੰ ਵਧਾਇਆ ਵੀ ਹੋਇਆ ਤੇ ਆਪਣੀ ਸੋਚ ਦੇ ਵਿੱਚ ਅਸੀਂ ਇਹ ਮੰਨਦੇ ਆ ਵੀ ਇਹ ਕੋਈ ਮਾੜੀ ਗੱਲ ਨਹੀਂ ਆ। ਮਤਲਬ ਸਾਡੀ ਸੋਚ ਦੇ ਵਿੱਚ ਮਾੜਾ ਤੇ ਨਿਕੰਮਾ ਜੱਸੀ ਜੀ ਉਹ ਵਿਅਕਤੀ ਹੈ ਜਤਿੰਦਰ ਜੀ ਵੀ ਜਿਹੜਾ ਸਾਨੂੰ ਇਹ ਰੋਕੇ ਇਸ ਕੰਮ ਤੋਂ ਵੀ ਵੀਜ਼ਾ ਤੇ ਇਮੀਗ੍ਰੇਸ਼ਨ ਦਾ ਫਰਾਡ ਆਪਾਂ ਨਹੀਂ ਕਰਨਾ, ਮਾੜਾ ਬੰਦਾ ਉਹ ਆ।
ਸੋ ਇਸ ਕਰਕੇ ਇਹ ਅੱਜ ਵੀ ਹੁਣ ਥੋੜਾ ਜਿਹਾ ਆਪਾਂ ਪਿਛਲੇ ਵੀ ਪ੍ਰੋਗਰਾਮਾਂ 'ਚ ਗੱਲ ਕੀਤੀ ਸੀਗੀ ਵੀ ਹਰ ਇੱਕ ਜਿਹੜਾ ਇਲੀਗਲ ਐਕਸ਼ਨ ਹੁੰਦਾ, ਗੈਰ ਕਾਨੂੰਨੀ ਕੋਈ ਵੀ ਕੰਮ ਆ, ਉਹ ਮਾੜੀ ਗੱਲ ਹੀ ਤਾਂ ਹੁੰਦੀ ਹੈ। ਇੱਕ ਪਾਸੇ ਅਸੀਂ ਕਹਿੰਦੇ ਜੀ ਅਸੀਂ ਬੜੇ ਰੂਲ ਫੋਲੋ ਕਰਨ ਵਾਲੇ ਆ, ਪਰ ਦੂਸਰੇ ਪਾਸੇ ਆ ਹਿਊਮਨ ਸਮਗਲਿੰਗ ਅਸੀਂ ਪੈਰ ਪੈਰ ਤੇ ਮਾਨਤਾ ਦੇਈ ਬੈਠੇ ਆ ਆਪਣੇ ਪੀੜ੍ਹੀ ਦਰ ਪੀੜ੍ਹੀ। ਸੋ ਇਸ ਕਰਕੇ ਇਹ ਹੈ ਜੀ ਵੀ ਇਹ ਸੁਪਨਿਆਂ ਦੇ ਦੇਸ਼ਾਂ ਦੇ ਵਿੱਚ ਆਪਾਂ ਸਥਾਪਿਤ ਹੋਣ ਦੇ ਲਈ ਇਹ ਮਜਬੂਰੀਆਂ ਦੀਆਂ ਮਨਘੜਤ ਕਹਾਣੀਆਂ ਜੇਕਰ ਉਹ ਉਂਗਲੀਆਂ ਕੱਛਾਂ 'ਚ ਲਈ ਫਿਰਦੇ ਸਾਰੀ ਦੁਨੀਆ ਦੇ ਵਿੱਚ, ਨਾਲੇ ਆਪਾਂ ਸਾਰੀ ਦੁਨੀਆ 'ਚ ਐਨ ਖਿੱਲਰ ਗਈ ਹੋਈ ਕੌਮ ਆ, ਤੇ ਦੂਸਰੇ ਪਾਸੇ ਅਸੀਂ ਆਪਣੀਆਂ ਮਜਬੂਰੀਆਂ ਜਿਹੜੀਆਂ ਜੀ ਵੀ ਹੇਰਾ ਫੇਰੀਆਂ ਕਰਨ ਦੇ ਲਈ ਗਨਾਉਣੋਂ ਹਟਦੇ ਨਹੀਂ ਹੈ। ਸੋ ਤਦ ਕਰਕੇ ਇਹ ਹੈ ਜੀ ਵੀ ਹੁਣ ਆਪਾਂ ਨਾਲ ਦੀ ਨਾਲ ਫਿਰ ਇਹ ਵੀ ਪ੍ਰਚਾਰਦੇ ਹਾਂ ਆਪਣੇ ਆਪ ਨੂੰ, ਆਪਣੀਆਂ ਸਿਫਤਾਂ ਆਪੇ ਹੀ ਕਰਕੇ ਵੀ ਅਸੀਂ ਬੜੇ ਮਾਣਮੱਤੇ ਹਾਂ ਜੀ, ਅਸੀਂ ਬਹੁਤ ਅਣਖੀਲੇ ਹਾਂ ਜੀ, ਅਸੀਂ ਬਹੁਤ ਗੈਰਤਮੰਦ ਹੈ ਜੀ, ਜਾਣੀ ਆਪਣੀਆਂ ਬਿਹਤਰੀਨ ਸਿਫਤਾਂ। ਪਰ ਕਿਤੇ ਨਾ ਕਿਤੇ ਜਾਣੀ ਕਿ ਵੀ ਸੋਚਣਾ ਬਣਦਾ ਆ ਵੀ ਇਹ ਪਲੀਤ ਤੇ ਬੇਈਮਾਨ ਸੋਚਾਂ ਤੇ ਅਣਖ ਤੇ ਗੈਰਤ ਨਾਲੋਂ ਨਾਲ ਚੱਲਦੇ ਆ ਕਿ ਜਾਂ ਫਿਰ ਆਪਣੀਆਂ ਜਾਣੀ ਕਿ ਇਹ ਹੇਰਾ ਫੇਰੀਆਂ ਬੇਈਮਾਨ ਸੋਚਾਂ ਨੂੰ ਅਸੀਂ ਆਪਣਾ ਹੰਕਾਰ ਸਮਝਣ ਦੀ ਬਜਾਏ ਇਹਨੂੰ ਹੀ ਆਪਣੀ ਅਣਖ ਮੰਨੀ ਬੈਠੇ ਆ ਜੀ। ਸੋ ਲੱਗਦਾ ਤਾਂ ਇਹ ਹੈ ਜੀ ਵੀ ਚਲੋ ਜੇ ਆਪਾਂ ਮਜਬੂਰੀਆਂ ਵੀ ਆਪਣਾ ਥੋੜਾ ਬਹੁਤਾ ਸਤਿਕਾਰ ਕਰ ਲਈਏ, ਮੰਨ ਲਈਏ ਵੀ ਜਿਸ ਦਿਨ ਆਪਾਂ ਕੈਨੇਡੀਅਨ ਸਿਟੀਜ਼ਨ ਹੋ ਗਏ, ਜਿਸ ਦਿਨ ਆਪਾਂ US ਦੇ ਸਿਟੀਜ਼ਨ ਹੋ ਗਏ ਜਾਂ ਸੁਪਨਿਆਂ ਦੇ ਕਿਸੇ ਵੀ ਦੇਸ਼ ਦੇ ਸਿਟੀਜ਼ਨ ਹੋ ਗਏ, ਸਹੁੰ ਚੱਕ ਲਈ, ਉਦਣ ਤਾਂ ਫਿਰ ਇਹ ਬੇਈਮਾਨੀਆਂ ਤੇ ਪਲੀਤ ਸੋਚਾਂ ਛੱਡ ਦਈਏ। ਪਰ ਆਮ ਤੌਰ ਤੇ ਹੁੰਦਾ ਵੀ ਅਸੀਂ ਉਦੋਂ ਵੀ ਇਹ ਬੇਈਮਾਨ ਤੇ ਪਲੀਤ ਸੋਚਾਂ ਛੱਡਦੇ ਨਹੀਂ ਆ। ਪੀੜ੍ਹੀ ਦਰ ਪੀੜ੍ਹੀ ਇਹ ਵੀਜ਼ਿਆਂ ਦੀ ਹੇਰਾ ਫੇਰੀ, ਬਾਕੀ ਹਰ ਤਰ੍ਹਾਂ ਦੀ ਜਿੱਥੇ ਸਾਡਾ ਹੱਥ ਪਵੇ ਹੇਰਾ ਫੇਰੀਆਂ ਕਰਨੋਂ ਹਟਦੇ ਨਹੀਂ ਹੈ। ਸੋ ਤਦ ਕਰਕੇ ਇਹ ਹੈ ਜੀ ਵੀ ਜੇ ਅਸੀਂ ਵਾਕਈ ਮਾਣਮੱਤੇ ਹਾਂ, ਵਾਕਈ ਅਸੀਂ ਗੈਰਤਮੰਦ ਹਾਂ, ਤੇ ਫਿਰ ਇਦਾਂ ਦੇ ਅਸੀਂ ਜਿਹੜੀਆਂ ਸਕੀਮਾਂ ਘੜਨ ਵਾਲੇ ਸਾਡੇ ਧਰਮ ਦੇ ਵਿੱਚ ਹੀ ਜੇ ਲੋਕ ਬੈਠੇ ਆ, ਜਥਿਆਂ ਦੇ ਨਾਂ ਤੇ ਅਸੀਂ ਆਹ ਕੁਛ ਕਰ ਰਹੇ ਹਾਂ ਤੇ ਨਾਲ ਅਸੀਂ ਬੜੇ ਮਾਣਮੱਤੇ ਹਾਂ, ਉਹ ਲੋਕ ਆ ਕੇ ਇੱਥੇ ਸਾਡੇ ਧਰਮ ਦਾ ਪ੍ਰਚਾਰ, ਸਾਡਾ ਮਾਣਮੱਤਾ ਇਤਿਹਾਸ ਸਾਨੂੰ ਦੱਸਣਗੇ ਜਿਹੜੇ ਖੁਦ ਜਾਣੀ ਕਿ ਜਥਾ ਹੇਰਾ ਫੇਰੀ ਨਾਲ ਬਣਾ ਕੇ ਇੱਥੇ ਪਹੁੰਚੇ ਆ। ਲੁੱਕ ਐਟ ਦੈਟ। ਸੋ ਤਦ ਕਰਕੇ ਫਿਰ ਸਾਰੀਆਂ ਨਹੀਂ ਹੁੰਦੇ, ਇਹ ਤੇ ਆਪਾਂ ਵਿਸ਼ੇਸ਼ਣ ਤੇ ਘੜਿਆ ਹੋਇਆ, ਪਰ ਵਿਚਾਰਨਾ ਬਣਦਾ ਵੀ ਹੈ ਕਿੱਥੇ ਨਹੀਂ, ਕੀ ਇਹ ਵਾਕਈ ਥੋੜੇ ਜਿਹੇ ਤੇ ਥੋੜੇ ਜਿਹੀਆਂ ਹੀ ਆ ਹਰ ਖੇਤਰ ਦੇ ਵਿੱਚ। ਹੁਣ ਨਹੀਂ ਇਹ ਥੋੜੇ ਤੇ ਥੋੜੀਆਂ, ਇਹ ਗੱਲ ਮੰਨਣੀ ਪਊਗੀ ਜੀ। ਬਿਲਕੁਲ ਜੀ। ਆਪਾਂ ਜਦੋਂ ਕਹਿੰਦੇ ਵੀ ਕਿਸੇ ਵੀ ਦੇਸ਼ ਦੇ ਤੁਸੀਂ ਸਹੁੰ ਆਪਣਾ ਚੁੱਕਦੇ ਹੋ, ਉਸ ਲੈਂਦੇ ਹੋ, ਤਾਂ ਉਹਦੇ ਵਿੱਚ ਵਫਾਦਾਰ ਹੋਣਾ ਤੁਹਾਨੂੰ ਪਹਿਲਾਂ ਉਹਦੇ ਵਿੱਚ ਆਉਂਦਾ ਜੀ। ਲੇਕਿਨ ਅਸੀਂ ਉਹਦੇ ਨਾਲ ਵਫਾਦਾਰੀ ਨਹੀਂ ਕਰ ਰਹੇ ਤਾਂ ਮਤਲਬ ਸਾਡੇ ਵਿੱਚ ਹੀ ਕੋਈ ਨਾ ਕੋਈ ਕਮਜ਼ੋਰੀ ਹੁੰਦੀ ਹੈ। ਬਿਲਕੁਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੌਲ ਸਾਹਿਬ।